हाँ जी, सत श्री अकाल जी। अज मैं तुहाडे कोल एक वीडियो होर लैके आई हाँ। जिवें कि साडे सिलेबस विच किस्सा कवि कादर यार ने, ठीक है। कादर यार किस्सा कवि, इन्हां ने किस्से लिखे हुए ने और इन्हां नूं कहा जाता है पंजाब लोक नायकां दा कवि। लोक नायकां दा कवि इन्हां ने जिन्ने भी लोक नायक होए ने, राजा रसालू होए, रानी कोकिला होई, हरी सिंह नलवा होए, किस्सा पूरन भगत जी होए, इन्हां ते अपनियां रचनावां लिखियां होईयां। और दूसरी गल, ਜੇ ਅਸੀਂ 60 ਦਾ ਪੇਪਰ ਵੀ ਦੇਖੀਏ, ਇਹ ਹੁਣ ਦਾ ਪੇਪਰ ਦੇਖੀਏ, 35 82 ਦਾ ਪੇਪਰ ਦੇਖੀਏ, ਤੁਸੀਂ ਨੋਟ ਕਰੋਗੇ ਕੁਐਸਚਨ ਬੜੇ ਕੁਝ ਕੁਐਸਚਨ ਜਿਹੜੇ ਸੀਗੇ ਬਹੁਤ ਈਜ਼ੀ ਸੀਗੇ ਔਰ ਕੁਝ ਕੁਐਸਚਨਸ ਦਾ ਜਿਹੜਾ ਲੈਵਲ ਸੀਗਾ ਉਹ ਇੰਨੀ ਡੈਪਥ ਵਿੱਚ ਸੀਗਾ ਕਿ ਬੰਦਾ ਉੱਥੋਂ ਤੱਕ ਪਹੁੰਚ ਵੀ ਨਹੀਂ ਸਕਦਾ। ਚਾਹੇ ਹੁਣ ਅੱਜ ਕੱਲ੍ਹ WhatsApp ਤੇ Facebook ਤੇ ਕਾਫੀ ਜ਼ਿਆਦਾ ਲੋਕੀ ਇਸ ਦੇ ਐਂਟੀ ਬੋਲ ਰਹੇ ਨੇ ਕਿ ਹਾਂਜੀ ਪ੍ਰਕਾਸ਼ਨ ਨਹੀਂ ਹੋਣਾ ਚਾਹੀਦਾ ਜਾਂ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ, ਬਟ ਫਿਰ ਵੀ ਸਾਨੂੰ ਸਿਕਿਉਰ ਰਹਿਣਾ ਪਏਗਾ। ਅੱਜ ਮੈਂ ਕਾਦਰ ਯਾਰ ਦੇ ਕੁਝ ਤੁਹਾਡੇ को बड़े पॉइंट्स लेके आई हैं, इंपॉर्टेंट पॉइंट्स काफ़ी डेप्थ दे। इन्हां दी रचना किस्सा पूरन भगत, वैसे तो इन्होंने काफ़ी रचनावां कीतियां पर किस्सा जिहड़ा पूरन भगत इन्हां दा बहुत ज़्यादा फेमस है और सैकेंड पंजाब स्कूल एजुकेशन बोर्ड की बुक दे विच है, मतलब कि क्लासिस विच लगा होया। पंजाब स्कूल एजुकेशन बोर्ड का जिहड़ा सिलेबस है उन्होंने जरूर फॉलो करो मास्टर कैडर विच, क्योंकि उहदे विच पेपर आ सकता है। हुण किस्सा पूरन भगत है जिहड़ा उहदे विच 140 बैंत ਤੇ 5 ਸ਼ਹਰਫੀਆਂ ਵਿੱਚੋਂ ਰਚਨਾ ਕੀਤੀ ਗਈ ਹੈ। ਹੁਣ ਜਿੱਥੇ ਬੈਂਤ ਆ ਗਿਆ 140 ਬੈਂਤ, ਇਟ ਮੀਨਸ ਕਿ ਇਸ ਵਿੱਚ ਜਿਹੜਾ ਛੰਦ ਹੈ ਉਹ ਬੈਂਤ ਛੰਦ ਵਰਤਿਆ ਗਿਆ, ਠੀਕ ਹੈ। ਤੇ 140 ਬੈਂਤ ਵਿੱਚ ਦੋ ਤੁਕੀਆ ਬੈਂਤ ਵਰਤੇ ਗਏ। 140 ਬੈਂਤ ਵਿੱਚ ਰਚਨਾ ਤੇ 5 ਸ਼ਹਰਫੀਆਂ। ਮੈਂ ਬਾਕੀ ਜ਼ਿਆਦਾ ਡਿਟੇਲ 'ਚ ਨਹੀਂ ਕਰਾਵਾਂਗੀ, ਸਿਰਫ ਇਹਦੇ ਕੁਝ ਇੰਪੋਰਟੈਂਟ ਫੈਕਟਸ ਕਰਵਾ ਰਹੀ ਹਾਂ। ਹੁਣ ਜਿਹੜੀਆਂ 5 ਸ਼ਹਰਫੀਆਂ ਹੈ, ਉਹਨਾਂ 5 ਸ਼ਹਰਫੀਆਂ ਵਿੱਚ ਉਹਨਾਂ ਨੇ ਕਾਦਰ ਯਾਰ ਦੀ ਜਿਹੜੀ ਪੂਰਨ ਭਗਤ ਦੀ ਜਿਹੜੀ ਕਹਾਣੀ ਹੈ ਉਹਨੂੰ ਐਕਸਪਲੇਨ ਕੀਤਾ ਹੈ। ਸਭ ਤੋਂ ਪਹਿਲੀ ਸ਼ਹਰਫੀ ਜਿਸ ਵਿੱਚ ਪੂਰਨ ਦਾ ਜਨਮ, ਪੂਰਨ ਦੇ ਜਨਮ ਬਾਰੇ ਗੱਲ ਕੀਤੀ ਗਈ ਹੈ ਕਿ ਉਸਦਾ ਜਨਮ ਹੋ ਰਿਹਾ ਸੀ, ਪੰਡਤ ਆਏ ਸੀ। ਸਟੋਰੀ ਤੁਹਾਨੂੰ ਸਾਰਿਆਂ ਨੂੰ ਵੀ ਪਤਾ ਹੋਏਗੀ ਕਿ ਪੰਡਤਾਂ ਨੇ ਅੱਗੋਂ ਆ ਕੇ ਕਿਹਾ, ਪਹਿਲੇ ਤਾਂ ਰਾਜਾ ਸਲਵਾਨ ਤੇ ਜਿਹੜੇ ਉਹਨਾਂ ਦੀ ਵਾਈਫ ਇਛਰਾ ਸੀਗੀ ਉਹਨਾਂ ਦੇ ਤਾਂ ਔਲਾਦ ਹੋ ਨਹੀਂ ਸੀ ਰਹੀ। ਉਹਨਾਂ ਨੇ ਬਹੁਤ ਤਪੱਸਿਆ ਕੀਤੀ, ਬਹੁਤ ਜਗ੍ਹਾ ਮੱਥੇ ਰਗੜੇ, ਮੱਥਾ ਟੇਕਿਆ, ਮੁਰਾਦਾਂ ਮੰਗੀਆਂ, ਫਿਰ ਉਹਨਾਂ ਘਰ ਜਾ ਕੇ ਪੁੱਤਰ ਹੋਏ। ਉਹ ਬਹੁਤ ਖੁਸ਼ ਸੀ ਕਿ ਉਹਨਾਂ ਦੇ ਪੁੱਤਰ ਹੋਇਆ, ਪਰ ਇਹ ਕਿ ਉਸ ਟਾਈਮ ਤੇ ਉਹਨਾਂ ਨੇ ਪੰਡਤਾਂ ਨੇ ਕਹਿ ਦਿੱਤਾ ਕਿ ਨਹੀਂ, ਤੁਹਾਡਾ ਇਹਨਾਂ ਨੂੰ ਇਸ ਨੂੰ 13 ਸਾਲ ਤੱਕ ਇਹਦੇ ਮੱਥੇ ਲੱਗਣਾ ਤੁਹਾਡੇ ਲਈ ਸਹੀ ਨਹੀਂ ਹੈ। ਤੇ ਫਿਰ ਉਹਨੂੰ ਭੋਰੇ ਵਿੱਚ ਰੱਖਿਆ ਗਿਆ ਸੀਗਾ ਪੂਰਨ ਨੂੰ। ਪੂਰਨ ਦਾ ਜਨਮ ਤੇ ਉਹ ਸਾਰੀ ਘਟਨਾ ਦਾ ਜਿਹੜਾ ਵਰਣਨ ਇਹਦੇ ਵਿੱਚ ਹੈ। ਸੈਕਿੰਡ ਤੇ ਹੈ ਵਾਰਤਾਲਾਪ ਤੇ ਕਤਲ ਦਾ ਹੁਕਮ। ਹੁਣ ਵਾਰਤਾਲਾਪ ਤੇ ਕਤਲ ਦਾ ਹੁਕਮ ਕੀ ਹੋ ਗਿਆ ਕਿ ਜਦੋਂ ਵਾਪਸ ਆਉਂਦੇ ਕੀ ਹੁੰਦਾ ਹੈ, ਤੁਹਾਨੂੰ ਇਹ ਵੀ ਦੱਸ ਦਿੰਦੀ ਹਾਂ। ਲੂਣਾ ਜੋ ਹੁੰਦੀ ਹੈ ਉਹ ਚੰਬੇ ਦੇ ਰਹਿਣ ਵਾਲੀ ਹੁੰਦੀ ਹੈ, ਬਹੁਤ ਸੋਹਣੀ ਕੁੜੀ ਹੁੰਦੀ ਹੈ, ਛੋਟੀ ਜਿਹੀ ਉਮਰ ਦੀ ਹੁੰਦੀ ਹੈ, ਮਗੀ ਐਗਜ਼ੈਕਟਲੀ ਪੂਰਨ ਦੀ ਏਜ ਦੀ ਹੁੰਦੀ ਹੈ। ਕੀ ਹੁੰਦਾ ਕਿ ਚੰਬੇ ਵਿੱਚ ਨਾ ਇੱਕ ਮਸ਼ਹੂਰ ਹੈ ਕਿ ਚੰਬੇ 'ਚ ਜਦੋਂ ਕਾਲ ਪੈਂਦਾ ਸੀਗਾ ਤੇ ਉੱਥੋਂ ਦਾ ਰਾਜਾ ਜਿਹੜੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਹੁੰਦੀਆਂ ਸੀ ਉਹਨਾਂ ਦੇ ਨਾਲ ਖੇਤੀ ਕਰਦਾ ਸੀ, ਹਲ ਵਾਉਂਦੇ ਸੀ। ਹਲ ਵਾਉਂਦੇ ਹੋਏ ਉਹ ਦਾਣੇ ਸੁੱਟਦੇ ਸੀ ਤੇ ਜਦੋਂ ਬਾਰਿਸ਼ ਆ ਜਾਂਦੀ ਸੀ, ਮਕੀ ਉਹ ਬਾਰਿਸ਼ ਆਉਣ ਦਾ ਇੱਕ ਸਿੰਬਲ ਸੀ, ਇੱਕ ਤਰੀਕਾ ਸੀ ਕਿ ਸੋਹਣੀਆਂ ਸੋਹਣੀਆਂ ਕੁੜੀਆਂ ਦਾਣਾ ਸੁੱਟਣਗੀਆਂ, ਰਾਜੇ ਦੇ ਨਾਲ ਹਲ ਚਲਾਉਣਗੀਆਂ ਤਾਂ ਬਾਰਿਸ਼ ਆ ਜਾਏਗੀ। ਜਦੋਂ ਇਹ ਉੱਥੇ ਕਾਫੀ ਟਾਈਮ ਤੋਂ ਬਾਰਿਸ਼ ਨਹੀਂ ਸੀ ਹੋ ਰਹੀ ਤਾਂ ਚੰਬੇ ਦੇ ਰਾਜੇ ਨੇ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਤੇ ਉਹਦੇ ਵਿੱਚ ਰਾਜਾ ਸਲਵਾਨ ਜੀ ਵੀ ਪਹੁੰਚੇ ਤੇ ਉੱਥੇ ਬੈਠੇ ਹੋਏ ਸੀ। ਸੋਹਣੀਆਂ ਸੋਹਣੀਆਂ ਕੁੜੀਆਂ ਸਾਰੀਆਂ ਬੁਲਾਈਆਂ ਗਈਆਂ ਸੀ ਤਾਂ ਉਹਨਾਂ ਨੇ ਸਟਾਰਟ ਕੀਤਾ, ਦਾਣਾ ਪਾਇਆ, ਹਲ ਚਲਾਇਆ ਤਾਂ ਬਾਰਿਸ਼ ਆ ਗਈ। ਹੁਣ ਉਹ ਬਾਰਿਸ਼ ਕਿਹੜੇ ਤੇ ਆਉਣ ਤੇ ਹੋਈ ਜਦੋਂ ਰਾਣੀ ਲੂਣਾ ਜੋ ਸੀ ਉਹ ਹਲ ਚਲਾਉਣ ਵਿੱਚ ਰਾਜੇ ਦੀ ਹੈਲਪ ਕਰ ਰਹੀ ਸੀ। ਤਾਂ ਰਾਜੇ ਸਲਵਾਨ ਨੇ ਲੂਣਾ ਦਾ ਹੱਥ ਮੰਗ ਲਿਆ। ਇੱਕ ਤਾਂ ਲੂਣਾ ਉਹਨਾਂ ਤੋਂ ਸੀਗੀ, ਛੋਟੀ ਬਰਾਦਰੀ ਦੀ ਸੀ, ਬਹੁਤ ਗਰੀਬ ਘਰ ਦੀ ਸੀ। ਚਾਹੇ ਰਾਜਾ ਉਹਨਾਂ ਦੇ ਦਾਦੇ ਦੀ ਉਮਰ ਦਾ ਸੀ, ਬਟ ਇੱਕ ਪੇਰੈਂਟਸ ਨੇ ਸੋਚ ਲਿਆ ਕਿ ਸਾਡੀ ਕੁੜੀ ਰਾਣੀ ਅਖਲਵਾਏਗੀ, ਮਤਲਬ ਕਿ ਰਾਣੀ ਬਣੇਗੀ, ਗਰੀਬੀ ਤੋਂ ਦੂਰ ਹੋ ਜਾਏਗੀ। ਜਿਹੜਾ ਬੰਦਾ ਗਰੀਬੀ ਦੇਖਦਾ ਉਹ ਕਿਸੇ ਵੀ ਤਰੀਕੇ ਗਰੀਬੀ ਤੋਂ ਦੂਰ ਹੋਣਾ ਚਾਹੁੰਦਾ, ਤਾਂ ਉਹ ਕਹਿੰਦੇ ਸਾਡੀ ਕੁੜੀ ਰਾਣੀ ਬਣੇਗੀ, ਚਾਹੇ ਕਿਸੇ ਬਜ਼ੁਰਗ ਦੇ ਨਾਲ ਵਿਆਹ ਹੋ ਰਿਹਾ, ਤੇ ਉਹ ਭੇਜ ਦਿੰਦੇ ਆ। ਹੁਣ ਜਦੋਂ ਉੱਥੇ ਕੀ ਹੁੰਦਾ ਹੈ, ਪੂਰਨ ਦਾ ਜਨਮ ਹੋ ਚੁੱਕਿਆ ਹੈ, ਪੂਰਨ ਜਿਸ ਟਾਈਮ ਭੋਰੇ ਵਿੱਚ ਸੀ ਉਹ ਟਾਈਮ ਪੀਰੀਅਡ ਦੇ ਵਿੱਚ ਇਹ ਸਾਰਾ ਕੁਝ ਵਾਪਰਦਾ। ਪੂਰਨ ਜਦੋਂ ਆਉਂਦਾ ਹੈ ਤਾਂ ਰਾਜੇ ਨੂੰ ਮਿਲਦਾ ਹੈ। ਸਭ ਤੋਂ ਪਹਿਲੀ ਗੱਲ ਕੀ ਹੋ ਜਾਂਦੀ ਹੈ ਕਿ ਰਾਜਾ ਜਦੋਂ ਪੂਰਨ ਨੂੰ ਦੇਖਦੇ ਉਹ ਕਹਿੰਦੇ ਕਿ ਮੈਂ ਆਪਣੇ ਪੁੱਤਰ ਦਾ ਵਿਆਹ ਕਰਨਾ ਹੈ, ਮੇਰਾ ਇੱਕੋ ਇੱਕ ਪੁੱਤਰ ਹੈ, ਮੈਂ ਉਸਦੀ ਮੈਰਿਜ ਕਰਨੀ ਹੈ। ਤਾਂ ਉਹ ਮਨਾ ਕਰ ਦਿੰਦਾ। ਪੂਰਨ ਕਹਿੰਦਾ ਮੈਂ ਹਾਲੇ ਤਾਂ ਦੁਨੀਆ ਤੇ ਆਇਆ, ਮੈਂ ਤਾਂ ਦੁਨੀਆ ਵੀ ਨਹੀਂ ਦੇਖੀ, ਮੈਂ ਹਾਲੇ ਮੈਰਿਜ ਨਹੀਂ ਕਰਵਾਉਣੀ। ਇਸ ਗੱਲ ਤੋਂ ਜਿਹੜਾ ਰਾਜਾ ਹੈ ਉਹ ਗੁੱਸੇ 'ਚ ਆ ਜਾਂਦਾ। ਹੁਣ ਪਹਿਲਾ ਨੈਗੇਟਿਵ ਉਹਦੇ 'ਚ ਆ ਗਿਆ, ਉਹ ਗੁੱਸੇ 'ਚ ਆ ਜਾਂਦਾ ਕਿ ਮੇਰੇ ਪੁੱਤਰ ਨਹੀਂ, ਮੈਂ ਰਾਜਾ, ਉਹਨੇ ਮੈਨੂੰ ਮਨਾ ਕਿੱਦਾਂ ਕਰਤਾ। ਪਰ ਚਲੋ ਮੰਤਰੀਆਂ ਨੇ ਉਹਨਾਂ ਨੂੰ ਸਮਝਾਇਆ, ਉਹ ਥੋੜੇ ਕੂਲ ਡਾਊਨ ਹੋ ਗਏ। ਅਗਰ ਰਾਜਾ ਸਲਵਾਨ ਨੇ ਫਿਰ ਪੂਰਨ ਭਗਤ ਨੂੰ ਕਿਹਾ ਆਪਣੀਆਂ ਮਦਰਸ ਨੂੰ ਮਿਲ ਕੇ ਆਓ, ਰਾਣੀ ਇਛਰਾ ਨੂੰ ਮਿਲੋ ਤੇ ਧਰਮ ਦੀ ਤੁਹਾਡੀ ਜਿਹੜੀ ਮਦਰ ਹੈ ਲੂਣਾ ਨੂੰ ਮਿਲੋ।
ਉਹ ਫਿਰ ਇਛਰਾ ਨੂੰ ਮਿਲਣ ਜਾਂਦੇ ਆ, ਫਿਰ ਲੂਣਾ ਨੂੰ ਮਿਲਣ ਜਾਂਦੇ ਆ। ਫਿਰ ਤੁਹਾਨੂੰ ਐਜ਼ ਇਟ ਇਜ਼ ਪਤਾ ਕੀ ਹੁੰਦਾ ਕਿ ਲੂਣਾ ਆਪਣੀ ਹਾਨ ਦਾ ਦੇਖਦੀ ਹੈ ਤੇ ਉਹਦੇ ਤੇ ਮੋਹਿਤ ਹੋ ਜਾਂਦੀ ਹੈ। ਫਿਰ ਉਹ ਰਾਜੇ ਨੂੰ ਕਹਿੰਦੀ ਹੈ, ਝੂਠ ਬੋਲਦੀ ਹੈ, ਤੇ ਉਹ ਝੂਠ ਦੇ ਪ੍ਰੋਸੈਸ ਵਿੱਚ ਫਿਰ ਕਤਲ ਦਾ ਹੁਕਮ ਦੇ ਦਿੱਤਾ ਜਾਂਦਾ ਹੈ। ਕਤਲ ਦਾ ਹੁਕਮ ਕਿੱਥੇ ਦਿੱਤਾ ਜਾਂਦਾ ਹੈ? ਜਿਹੜਾ ਰਾਜਾ ਸਲਵਾਨ ਆਪਣੇ ਬੇਟੇ ਦੀ ਯਾਦ ਵਿੱਚ ਬਾਗ ਬਣਵਾਉਂਦਾ ਹੈ, ਉਸ ਬਾਗ ਵਿੱਚ ਕਤਲ ਦਾ ਹੁਕਮ ਦਿੱਤਾ ਜਾਂਦਾ, ਖੂਹ ਵਿੱਚ ਸੁੱਟ ਦਿੱਤਾ ਜਾਂਦਾ। ਫਿਰ ਤੀਸਰੀ ਜਿਹੜੀ ਸ਼ਹਿਰਫੀ ਹੈ, ਪੂਰਨ ਤੇ ਗੋਰਖਨਾਥ ਵਿੱਚ ਵਾਰਤਾ। ਹੁਣ ਗੋਰਖਨਾਥ ਜਦੋਂ ਪਹੁੰਚਦੇ ਆ, ਉਹ ਬਾਗ ਵਿੱਚ ਪਹੁੰਚਦੇ ਆ, ਬਾਗ ਸੁੱਕਾ ਹੁੰਦਾ, ਉਹ ਬਾਗ ਇੱਕੋ ਦਮ ਹਰਿਆ ਭਰਿਆ ਹੋ ਜਾਂਦਾ। ਉਹ ਖੂਹ ਵਿੱਚੋਂ ਪਾਣੀ ਕੱਢਣ ਲੱਗਦੇ ਤੇ ਸਾਹਮਣੇ ਉਹਨਾਂ ਨੂੰ ਲਾਸ਼ ਦਿਸ ਜਾਂਦੀ ਹੈ ਪੂਰਨ ਦੀ। ਉਹਨੂੰ ਕੱਢਦੇ ਆ, ਆਪਣੇ ਜੰਤਰ ਮੰਤਰ ਨਾਲ ਪੂਰਨ ਨੂੰ ਠੀਕ ਕਰਦੇ ਨੇ, ਜ਼ਿੰਦਾ ਕਰਦੇ ਆ, ਤੇ ਪੂਰਨ ਜਿਹੜੀ ਆਪਣੀ ਸਾਰੀ ਕਹਾਣੀ ਉਹਨਾਂ ਨੂੰ ਦੱਸਦੇ ਆ। ਉਹ ਜਿਹੜੀ ਵਾਰਤਾ ਹੁੰਦੀ ਹੈ। ਫਿਰ ਕੀ ਕਰਦੇ ਆ, ਜਿਹੜੇ ਗੋਰਖਨਾਥ ਜੀ ਉਹਨੂੰ ਨਾਲ ਲੈ ਜਾਂਦੇ, ਆਪਣਾ ਚੇਲਾ ਬਣਾ ਲੈਂਦੇ, ਤੇ ਉਹ ਖੁਸ਼ ਵੀ ਬਹੁਤ ਹੁੰਦੇ ਆ। ਤਾਂ ਇੱਕ ਪ੍ਰੀਖਿਆ ਲੈਂਦੇ ਆ। ਪ੍ਰੀਖਿਆ ਕੀ ਹੁੰਦੀ ਹੈ ਕਿ ਜਿਹੜੀ ਰਾਣੀ ਸੁੰਦਰਾ ਹੈ, ਉਹਨਾਂ ਦਾ ਜਿਹੜਾ ਮਹਿਲ ਹੈ, ਔਰਤਾਂ ਦਾ ਮਹਿਲ ਹੈ, ਔਰ ਉੱਥੇ ਬਹੁਤ ਸੋਹਣੀਆਂ ਸੋਹਣੀਆਂ ਔਰਤਾਂ ਹੁੰਦੀਆਂ। ਉੱਥੇ ਆਪਣਾ ਜੱਤ ਸੱਤ, ਜਿਹੜਾ ਵੀ ਜੋਗੀ ਜਾਂਦਾ ਆਪਣਾ ਜੱਤ ਸੱਤ ਭੰਗ ਕਰ ਆਉਂਦਾ। ਉਹ ਐਜ਼ ਇਟ ਇਜ਼ ਪੂਰਨ ਨੂੰ ਭੇਜਦੇ ਨੇ ਕਿ ਚਲੋ ਭਿਕਸ਼ਾ ਲੈਣ ਲਈ ਜਾਂਦੇ। ਜਦੋਂ ਪੂਰਨ ਉੱਥੇ ਭਿਕਸ਼ਾ ਲੈਣ ਲਈ ਜਾਂਦੇ, ਰਾਣੀ ਸੁੰਦਰਾ ਵੀ ਮੋਹਿਤ ਹੋ ਜਾਂਦੀ ਹੈ ਕਿ ਹਾਂ ਕਿੰਨਾ ਸੋਹਣਾ ਮੁੰਡਾ ਆ। ਉਹ ਹੀਰੇ ਮੋਤੀ ਦੇ ਦਿੰਦੀ। ਜਦੋਂ ਹੀਰੇ ਮੋਤੀ ਦਿੰਦੀ ਹੈ ਤਾਂ ਪੂਰਨ ਜਿਹੜਾ ਹੀਰੇ ਮੋਤੀ ਲੈ ਕੇ ਆਪਣੇ ਗੁਰੂ ਜੀ ਕੋਲ ਚਲ ਜਾਂਦੇ। ਗੁਰੂ ਜੀ ਕਹਿੰਦੇ ਇਹ ਸਾਡੇ ਕੰਮ ਦੇ ਨਹੀਂ ਹੈ, ਸਾਡੇ ਕੰਮ ਲਈ ਸਿਰਫ ਪੱਕਿਆ ਹੋਇਆ ਖਾਣਾ, ਸਾਨੂੰ ਖਾਣਾ ਚਾਹੀਦਾ। ਪੂਰਨ ਭਗਤ ਫਿਰ ਆਪਣੇ ਗੁਰੂ ਦਾ ਹੁਕਮ ਸੁਣ ਕੇ ਵਾਪਸ ਆਉਂਦੇ ਤੇ ਉਹ ਹੀਰੇ ਮੋਤੀ ਵਾਪਸ ਕਰ ਦਿੰਦੇ ਕਿ ਮੇਰੇ ਗੁਰੂ ਨੂੰ ਇਹ ਨਹੀਂ ਚਾਹੀਦਾ, ਖਾਣਾ ਚਾਹੀਦਾ ਸਾਨੂੰ ਪੱਕਿਆ ਹੋਇਆ। ਔਰ ਰਾਣੀ ਨੂੰ ਹੁੰਦਾ ਕਿ ਹਾਂ ਕਿ ਮੈਂ ਇੰਨੀ ਸੋਹਣੀ ਆ, ਜਿਸ ਕਰਕੇ ਦੁਬਾਰਾ ਪੂਰਨ ਵਾਪਸ ਆ ਗਿਆ, ਉਹ ਮੇਰੇ ਤੇ ਮੋਹਿਤ ਹੋ ਗਿਆ। ਤੇ ਦੂਸਰਾ ਉਹ ਕੀ ਕਰਦੀ, ਫਿਰ ਖਾਣਾ ਵਗੈਰਾ ਬਣਾਉਂਦੀ। ਜਦਕਿ ਪੂਰਨ ਕਿਉਂ ਆਉਂਦੇ? ਕਿਉਂਕਿ ਉਹਨਾਂ ਦੇ ਗੁਰੂ ਨੇ ਉਹਨਾਂ ਨੂੰ ਦੁਬਾਰਾ ਰਿਪੀਟ ਲਈ ਭੇਜਿਆ ਹੁੰਦਾ। ਜਦਕਿ ਪੂਰਨ ਭਗਤ ਦਾ ਉਹਨਾਂ ਵੱਲ ਕੋਈ ਧਿਆਨ ਨਹੀਂ ਹੁੰਦਾ। ਰਾਣੀ ਸੁੰਦਰਾ ਖਾਣਾ ਆਪਣੇ ਹੱਥਾਂ ਨਾਲ ਬਣਾਉਂਦੇ, ਇਕੱਠਾ ਕਰਦੇ, ਤੇ ਉਹ ਜੋਗੀਆਂ ਦੇ ਟਿੱਲੇ ਤੇ ਜਾਂਦੇ, ਉਹਨਾਂ ਨੂੰ ਖਾਣਾ ਖਵਾਉਂਦੇ। ਇੰਨੀ ਦੇਰ ਬਾਅਦ ਇੰਨਾ ਸਵਾਦਿਸ਼ਟ ਖਾਣਾ ਖਾ ਕੇ ਗੋਰਖਨਾਥ ਜੀ ਪ੍ਰਸੰਨ ਹੋ ਜਾਂਦੇ ਆ, ਤੇ ਉਹ ਸੁੰਦਰਾ ਨੂੰ ਕਹਿੰਦੇ ਕਿ ਤੂੰ ਕੋਈ ਵਰ ਮੰਗ। ਸੁੰਦਰਾ ਅੱਗੋਂ ਵਰ ਮੰਗਦੀ ਹੈ ਕਿ ਮੈਨੂੰ ਪੂਰਨ ਜਿਹੜਾ ਉਹ ਦੇ ਦਿਓ, ਮੈਂ ਉਹਦੇ ਨਾਲ ਮੈਰਿਜ ਕਰਵਾਉਣਾ ਚਾਹੁੰਦੀ ਹਾਂ। ਤੇ ਗੋਰਖਨਾਥ ਦੇ ਆਸ਼ੀਰਵਾਦ ਦੇ ਨਾਲ ਪੂਰਨ ਜਿਹੜੇ ਰਾਣੀ ਸੁੰਦਰਾ ਕੋਲ ਚਲ ਜਾਂਦੇ। ਹੁਣ ਸੁੰਦਰਾ ਦੇ ਮਹਿਲਾਂ ਤੋਂ ਵੀ ਕੀ ਹੈ, ਪੂਰਨ ਦਾ ਦਿਲ ਨਹੀਂ ਲੱਗਦਾ, ਲਾਸਟ ਇੱਕ ਦਿਨ ਵਾਪਸ ਆ ਜਾਂਦੇ। ਤਾਂ ਇਹਦੇ ਤੇ ਗੋਰਖਨਾਥ ਜੀ ਖੁਸ਼ ਹੋ ਜਾਂਦੇ, ਕਹਿੰਦੇ ਮੈਂ 2 ਵਾਰ ਪ੍ਰੀਖਿਆ ਲਿੱਤੀ, ਦੋਨੋਂ ਵਾਰ ਪਾਸ ਹੋ ਗਏ ਨੇ, ਅਸਲ ਵਿੱਚ ਇਹ ਜੋਗੀ ਹੈ। ਫਿਰ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਜਾਓ ਆਪਣਾ ਜਿਹੜਾ ਇਹ ਪ੍ਰਚਾਰ ਵਗੈਰਾ ਕਰੋ। ਇਹ ਚੌਥੀ ਸ਼ਹਿਰਫੀ ਹੈ। ਹੁਣ ਸੁੰਦਰਾ ਦੇ ਮਹਿਲ ਤੋਂ ਵਾਪਸੀ ਹੋ ਗਈ, ਉਸ ਤੋਂ ਬਾਅਦ ਰਾਣੀ ਇਛਰਾ ਨਾਲ ਮੇਲ। ਹੁਣ ਪੂਰਨ ਭਗਤ ਸਭ ਤੋਂ ਪਹਿਲੇ ਉਸੇ ਬਾਗ ਵਿੱਚ ਜਾਂਦੇ। ਜਦੋਂ ਉਸ ਬਾਗ ਵਿੱਚ ਜਾਂਦੇ ਆ ਤਾਂ ਉੱਥੇ ਕੀ ਹੁੰਦਾ, ਬਾਗ ਫਿਰ ਹਰਿਆ ਭਰਿਆ ਹੋ ਜਾਂਦਾ ਤੇ ਸਾਰੀ ਜਗ੍ਹਾ ਤੇ ਰੋਲਾ ਪੈ ਜਾਂਦਾ ਕਿ ਜੋਗੀ ਆਏ ਨੇ, ਤੇ ਬਾਗ ਹਰਿਆ ਭਰਿਆ ਹੋ ਜਾਂਦਾ। ਰਾਣੀ ਇਛਰਾ ਵੀ ਚਲ ਜਾਂਦੇ ਕਿ ਮੈਂ ਮੱਥਾ ਟੇਕਣ ਜਾਣੀ ਹੈ। ਰਾਣੀ ਇਛਰਾ ਜਦੋਂ ਮੱਥਾ ਟੇਕਣ ਲੱਗਦੇ ਤੇ ਪੂਰਨ ਜੀ ਉਹਨਾਂ ਨੂੰ ਗਲ ਨਾਲ ਲਾ ਲੈਂਦੇ। ਤੇ ਇਛਰਾ ਜੋ ਸੀ ਰੋ ਰੋ ਕੇ ਆਪਣੇ ਪੁੱਤਰ ਦੇ ਵਿਯੋਗ ਵਿੱਚ ਅੰਨੀ ਹੋ ਗਈ ਸੀ। ਤਾਂ ਪੂਰਨ ਭਗਤ ਨੇ ਉਹਨਾਂ ਨੂੰ ਨਜ਼ਰਾਂ ਦੇ ਦਿੱਤੀਆਂ, ਉਹਨਾਂ ਨੂੰ ਸੁਜਾਖਾ ਕਰਤਾ, ਉਹ ਦੇਖਣਾ ਸ਼ੁਰੂ ਹੋ ਗਏ। ਜਿਸ ਸਮੇਂ ਉਹਨੂੰ ਦੇਖਣਾ ਸ਼ੁਰੂ ਹੋ ਗਿਆ, ਉਹਨਾਂ ਨੂੰ ਵੀ ਪਤਾ ਚੱਲ ਗਿਆ ਪੂਰਨ ਮੇਰਾ ਪੁੱਤਰ ਹੈ। ਪੰਜਵੀਂ ਸ਼ਹਿਰਫੀ, ਰਾਜਾ ਸਲਵਾਨ ਨਾਲ ਮੇਲ। ਹੁਣ ਇੱਥੇ ਕੀ ਹੈ, ਰਾਜਾ ਸਲਵਾਨ ਨੂੰ ਮਿਲਣ ਜਾਂਦੇ ਆ। ਰਾਜਾ ਸਲਵਾਨ ਵੀ ਜਦੋਂ ਜੋਗੀ ਬਾਰੇ ਸੁਣਦੇ ਆ ਕਿ ਹਾਂ ਇਛਰਾ ਦੀਆਂ ਅੱਖਾਂ ਵਾਪਸ ਆ ਗਈਆਂ, ਬਾਗ ਹਰਾ ਭਰਾ ਹੋ ਗਿਆ, ਤੇ ਮੈਂ ਵੀ ਜਾਣਾ। ਰਾਜਾ ਸਲਵਾਨ ਜਾਂਦੇ, ਉਹ ਪੈਰੀ ਹੱਥ ਲਾਉਂਦੇ ਤੇ ਪੂਰਨ ਉਹਨਾਂ ਨੂੰ ਪੈਰੀ ਹੱਥ ਨਹੀਂ ਲਗਾਉਂਦਾ, ਸਗੋਂ ਉਲਟਾ ਆਪ ਪੈਰੀ ਹੱਥ ਲਾ ਲੈਂਦੇ। ਉਹ ਬੜੇ ਹੈਰਾਨ ਹੁੰਦੇ ਕਿ ਕਿਸ ਤਰ੍ਹਾਂ ਦਾ ਜੋਗੀ ਹੈ ਜੋ ਮੇਰੇ ਪੈਰੀ ਹੱਥ ਲਗਾ ਰਿਹਾ। ਚਲੋ ਫਿਰ ਵੀ ਉਹ ਧਿਆਨ ਨਹੀਂ ਦਿੰਦੇ। ਉਹ ਸੋਚਦੇ ਆ ਕਿ ਮੈਂ ਰਾਜਾ ਸ਼ਾਇਦ ਇਸ ਕਰਕੇ ਮੇਰੇ ਪੈਰੀ ਹੱਥ ਲਗਾ ਰਿਹਾ। ਨਾਲ ਹੀ ਰਾਣੀ ਲੂਣਾ ਹੁੰਦੀ ਹੈ। ਉਹ ਅੱਗੋਂ ਪੂਰਨ ਭਗਤ ਨੂੰ ਕਹਿੰਦੇ ਕਿ ਸਾਨੂੰ ਪੁੱਤਰ ਦੀ ਕਾਸ ਹੈ। ਕਹਿੰਦੇ ਮੇਰੀ ਪਹਿਲੀ ਰਾਣੀ ਤਾਂ ਉਂਝ ਹੀ ਰੋ ਰੋ ਕੇ ਕਮਲੀ ਹੋ ਗਈ, ਜਿਨ੍ਹਾਂ ਦੀਆਂ ਤੁਸੀਂ ਨਜ਼ਰਾਂ ਸਹੀ ਕਰਦੀਆਂ। ਦੂਸਰੀ ਲੂਣਾ ਹੈ, ਇਹਦੀ ਉਮਰ ਹੈ, ਇਹਦੇ ਪੁੱਤਰ ਹੋ ਸਕਦਾ। ਮੈਂ ਬਹੁਤ ਬਜ਼ੁਰਗ ਹੋ ਚੁੱਕਾ ਹੋਇਆ ਤੇ ਘਰ ਰਾਜਪਾਟ ਸੰਭਾਲਣ ਲਈ ਇੱਕ ਪੁੱਤਰ ਦੀ ਜ਼ਰੂਰਤ ਹੈ। ਪੂਰਨ ਭਗਤ ਕਹਿੰਦੇ ਪਹਿਲੇ ਤੁਹਾਡੇ ਪੁੱਤਰ ਸੀਗਾ? ਉਹ ਕਹਿੰਦੇ ਹਾਂ ਪਹਿਲੇ ਸੀਗਾ, ਬਟ ਇਹ ਰੀਜ਼ਨ ਹੋਇਆ ਜਿਸ ਕਰਕੇ ਅਸੀਂ ਉਹਨੂੰ ਮਰਵਾ ਦਿੱਤਾ। ਪੂਰਨ ਭਗਤ ਕਹਿੰਦੇ ਕਿ ਜਿਸ ਸਮੇਂ ਰਾਣੀ ਲੂਣਾ ਤੁਹਾਨੂੰ ਸੱਚ ਦੱਸ ਦੇਗੀ, ਉਸ ਸਮੇਂ ਤੁਹਾਡੇ ਪੁੱਤਰ ਹੋ ਜਾਏਗਾ। ਰਾਣੀ ਲੂਣਾ ਜਦੋਂ ਸਾਰੀ ਗੱਲ ਦੱਸਦੀ ਹੈ ਤਾਂ ਰਾਜਾ ਸਲਵਾਨ ਰਾਣੀ ਲੂਣਾ ਨੂੰ ਮਾਰਨ ਲਈ ਪੈਂਦੇ ਆ। ਤਾਂ ਇੰਨੇ ਵਿੱਚ ਜਿਹੜੇ ਪੂਰਨ ਭਗਤ ਹੁੰਦੇ ਆ ਉਹਨਾਂ ਨੂੰ ਬਚਾ ਲੈਂਦੇ ਆ। ਔਰ ਜਦੋਂ ਉਹਨਾਂ ਨੂੰ ਬਚਾ ਲਿਆ ਜਾਂਦਾ, ਫਿਰ ਪੂਰਨ ਭਗਤ ਦੱਸਦੇ ਕਿ ਮੈਂ ਹੀ ਤੁਹਾਡਾ ਉਹ ਪੁੱਤਰ ਹਾਂ। ਤੇ ਰਾਜਾ ਸਲਵਾਨ ਉਹਨਾਂ ਨੂੰ ਆਫਰ ਕਰਦੇ ਕਿ ਤੁਸੀਂ ਆਜੋ ਵਾਪਸ, ਆਪਣਾ ਰਾਜਪਾਟ ਸੰਭਾਲੋ। ਪਰ ਪੂਰਨਨਾਥ ਜੀ ਕਹਿੰਦੇ ਕਿ ਮੈਂ ਇਹਨਾਂ ਸਭ ਤੋਂ ਹੁਣ ਆਪਣਾ ਮੋਹ ਖਤਮ ਕਰ ਚੁੱਕਿਆ ਹੋਇਆ, ਮੈਂ ਜੋਗੀ ਹਾਂ, ਮੈਂ ਜੋਗੀ ਹੀ ਰਵਾਂਗਾ। ਪੂਰਨ ਭਗਤ ਦੇ ਆਸ਼ੀਰਵਾਦ ਦੇ ਨਾਲ ਅੱਗੋਂ ਉਹਨਾਂ ਦੇ ਪੁੱਤਰ ਰਾਜਾ ਰਸਾਲੂ ਹੁੰਦੇ ਆ। ਕਿੰਨਾ ਦਾ ਪੁੱਤਰ ਹੁੰਦੇ ਆ? ਰਾਜਾ ਸਲਵਾਨ ਤੇ ਲੂਣਾ ਦਾ। ਇਹ ਸੀ ਪੂਰਨ ਭਗਤ ਦੀ ਕਹਾਣੀ। ਨਾਲੇ ਕਾਦਰਯਾਨ ਨੇ ਜਿਹੜੀਆਂ 5 ਸ਼ਹਿਰਫੀਆਂ ਵਿੱਚ ਲਿਖੀ ਸੀ, ਨਾਲ ਦੀ ਨਾਲ ਮੈਂ ਤੁਹਾਨੂੰ ਦੱਸਦਾ
कि पहली शेहरफी, दूसरी, तीसरी, चौथी, पंजवीं शेहरफी विच उन्होंने किस तरह डिवाइड किया गया, किहड़ी शेहरफी विच कहानी का किहड़ा हिस्सा आंदा है। ठीक है, यह मेरा फोन नंबर है, तुसीं किसी भी टाइम पर मैनू WhatsApp कर सकते हो। कोई भी होर डाउट होवे जां मास्टर कैडर की प्रैपरेशन के लिए क्लासिस चल रही हैं, जो तुसीं क्लासिस भी लगाना चाहते हो तो मोस्ट वैलकम। तो क्लासिस 15 जन तो स्टार्ट हो चुकी हुई हैं ऑलरेडी, और तुहानू भी पता कि नोटिफिकेशन आन ही वाला है गवर्नमेंट जॉब का, तो अपना चांस किसी भी हालत में मिस ना करियो। हाँ, क्लासिस का जो टाइम है वो मैं तुहानू दस दिंदी हाँ, शामी 7 तो 8:30 बजे तक क्लासिस का टाइम है, क्योंकि सारे जने जॉब वाले होंगे हैं, कईयां ने खाना बनाना होंगे, 100 रिस्पोंसिबिलिटीज़ होंगे, तो जोड़ा सही एक टाइम है वो है 7 तो 8:30। तो जोड़े स्टूडेंट PTET की भी तैयारी करना चाहते हो वो भी मैनू कॉन्टैक्ट कर सकते हैं। उन्होंने जोड़ियाँ क्लासिस है 10 Feb तो स्टार्ट होणगियां। बाकी थैंक यू। इस तो इलावा असी बलबीर सिंह पूनी जी की बुक कर रहे सी, वो हुण मैं कल वीडियो री अपडेट करांगी, तो वो आप अगों कंटिन्यू करांगे। सत श्री अकाल जी।